ਸਤਿ ਸ੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮਹੀਨੇ ਪਰ ਮਹੀਨੇ ਨਾਮ ਪੇਸ਼ ਨੇ। ਪਹਿਲਾਂ ਚੁਣਵੀਆਂ ਖਬਰਾਂ। USCIS ਨੇ 7 ਫਰਵਰੀ ਤੋਂ ਬਹੁਤ ਸਾਰੀਆਂ ਕੈਟਾਗਰੀਜ਼ ਲਈ ਵਰਕ ਪਰਮਿਟ ਦੀ ਵਧਾਈ ਮਿਆਦ। ਫਿਲੀਪੀਨ ਨੇ ਵਿਦੇਸ਼ੀ ਯਾਤਰੀਆਂ ਲਈ ਖੋਲੇ ਦਰਵਾਜ਼ੇ। ਰਾਸ਼ਟਰਪਤੀ ਬਾਈਡਨ ਦੀ ਚੇਤਾਵਨੀ, ਤੁਰੰਤ ਯੂਕਰੇਨ ਛੱਡਣ ਅਮਰੀਕੀ ਨਾਗਰਿਕ। ਜਸਟਿਨ ਟਰੂਡੋ ਵੱਲੋਂ ਟਰੱਕ ਡਰਾਈਵਰਾਂ ਦੀ ਆਲੋਚਨਾ, ਕਿਹਾ ਚੱਕਾ ਜਾਮ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੈਨੇਡੀਅਨ ਕਾਲਜਾਂ ਦੀ ਧੋਖਾਧੜੀ ਖਿਲਾਫ ਕੈਨੇਡੀਅਨ ਕੰਸਲੇਟ ਚੰਡੀਗੜ੍ਹ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ। ਅਧਿਕਾਰੀਆਂ ਨੇ 7 ਦਿਨਾਂ ਵਿੱਚ ਮਸਲਾ ਹੱਲ ਕਰਨ ਦਾ ਦਿੱਤਾ ਭਰੋਸਾ। ਅਮਰੀਕਾ 'ਚ ਮਹਿੰਗਾਈ ਦੀ ਮਾਰ, 40 ਸਾਲ ਦੇ ਨਵੇਂ ਉੱਚ ਪੱਧਰ ਤੇ ਪਹੁੰਚਣ ਦਾ ਅਨੁਮਾਨ। ਸਿੱਖ ਡਾਕਟਰ ਨੇ ਵਧਾਇਆ ਮਾਣ, ਜੈਨੇਟਿਕ ਸੁਸਾਇਟੀ ਆਫ ਅਮਰੀਕਾ ਦਾ ਚੋਟੀ ਦਾ ਜਿੱਤਿਆ ਇਨਾਮ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। USCIS ਨੇ 7 ਫਰਵਰੀ ਤੋਂ ਬਹੁਤ ਸਾਰੀਆਂ ਕੈਟਾਗਰੀਜ਼ ਲਈ ਵਰਕ ਪਰਮਿਟ ਦੀ ਮਿਆਦ ਵਧਾ ਦਿੱਤੀ ਹੈ। ਜਿਨ੍ਹਾਂ ਨੇ ਅਸਾਈਲਮ ਦੇ ਕੇਸ ਲਗਾਏ ਸੀ, ਪਹਿਲਾਂ ਉਹਨਾਂ ਨੂੰ 2 ਸਾਲ ਲਈ ਵਰਕ ਪਰਮਿਟ ਦਿੱਤਾ ਜਾਂਦਾ ਸੀ, ਬਟ ਹੁਣ ਬਾਕੀ ਬਹੁਤ ਸਾਰੀਆਂ ਕੈਟਾਗਰੀਜ਼ ਨੂੰ 1 ਸਾਲ ਵਾਸਤੇ ਵਰਕ ਪਰਮਿਟ ਦਿੱਤਾ ਜਾਂਦਾ ਸੀ। ਹਰ ਸਾਲ ਉਹਨਾਂ ਨੂੰ ਵਰਕ ਪਰਮਿਟ ਰੀਨਿਊ ਕਰਾਉਣਾ ਪੈਂਦਾ ਸੀ, ਪਰ ਕੋਵਿਡ ਦੇ ਕਰਕੇ USCI ਕੋਲ ਬਹੁਤ ਵੱਡਾ ਬੈਕਲੌਗ ਹੈ। ਉਹ USCIS ਨੇ ਇਸ ਬਲੌਗ ਨੂੰ ਘੱਟ ਕਰਨ ਵਾਸਤੇ ਇੱਕ ਨਵਾਂ ਚੇਂਜ ਲੈ ਕੇ ਆਉਂਦਾ ਹੈ। ਜਿਨ੍ਹਾਂ ਕੈਟਾਗਰੀਜ਼ ਨੂੰ 2 ਸਾਲ ਵਾਸਤੇ ਪਰਮਿਟ ਮਿਲੇਗਾ, ਉਹਨਾਂ ਵਿੱਚ A3, A5, A10, C31 ਕੈਟਾਗਰੀ ਵਿੱਚ ਆਉਣ ਵਾਲੇ ਲੋਕ ਸ਼ਾਮਲ ਹਨ। ਫਿਲੀਪੀਨ ਨੇ ਕੋਵਿਡ ਮਾਮਲਿਆਂ ਵਿੱਚ ਗਿਰਾਵਟ ਦੇ ਮੱਦੇਨਜ਼ਰ ਵਿਦੇਸ਼ੀ ਯਾਤਰੀਆਂ ਦੇ ਦੇਸ਼ ਵਿੱਚ ਦਾਖਲ ਹੋਣ ਤੇ ਲਗਭਗ ਸਾਲ ਤੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਵੀਰਵਾਰ ਨੂੰ ਹਟਾ ਲਿਆ। ਇਸ ਨਾਲ ਸੈਰ ਸਪਾਟਾ ਅਤੇ ਉਸ ਨਾਲ ਜੁੜੇ ਉਦਯੋਗਾਂ ਨੂੰ ਵਧਾਵਾ ਮਿਲ ਸਕੇਗਾ। ਫਿਲੀਪੀਨ ਦੇ ਨਾਲ ਵੀਜ਼ਾ ਮੁਕਤ ਵਿਵਸਥਾ ਵਾਲੇ 157 ਦੇਸ਼ਾਂ ਦੇ ਯਾਤਰੀ ਜੋ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ, ਉਹ ਫਿਲੀਪੀਨ ਆ ਸਕਦੇ ਨੇ ਅਤੇ ਆਗਮਨ ਤੇ ਉਹਨਾਂ ਲਈ ਇਕਾਂਤਵਾਸ ਵਿੱਚ ਰਹਿਣ ਦੀ ਲੋੜ ਨਹੀਂ ਹੋਏਗੀ। ਦੇਸ਼ ਦੀ ਸਰਕਾਰ ਨੇ ਜ਼ੋਖਮ ਦੇ ਵਰਗੀਕਰਨ ਦੀ ਵਿਵਸਥਾ ਵੀ ਖਤਮ ਕਰ ਦਿੱਤੀ ਹੈ, ਕਿਉਂਕਿ ਇਸ ਦੇ ਤਹਿਤ ਵੱਧ ਸੰਕਰਮਣ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਸੀ। ਟੂਰਿਜ਼ਮ ਸਕੱਤਰ ਬੇਰਨਾ ਰੁਮੋਲੋ ਪਿਆਤ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਭਾਵ ਤੋਂ ਉਭਰਨ ਵਿੱਚ ਅਸੀਂ ਨਵਾਂ ਅਧਿਆਇ ਲਿਖਾਂਗੇ। ਉਹਨਾਂ ਨੇ ਕਿਹਾ ਕਿ ਸਰਹੱਦ ਮੁੜ ਖੋਲ੍ਹਣ ਨਾਲ ਰੋਜ਼ਗਾਰ ਦੇ ਮੌਕੇ ਬਹਾਲ ਹੋਣਗੇ ਅਤੇ ਟੂਰਿਜ਼ਮ ਨਾਲ ਜੁੜੇ ਉਦਯੋਗਾਂ ਨੂੰ ਫਾਇਦਾ ਹੋਏਗਾ। ਯੂਕਰੇਨ ਦੇ ਮੁੱਦੇ ਤੇ ਅਮਰੀਕਾ ਅਤੇ ਰੂਸ ਵਿਚਾਲੇ ਲਗਾਤਾਰ ਵੱਧਦੇ ਤਣਾਅ ਦੇ ਵਿਚਕਾਰ ਰਾਸ਼ਟਰਪਤੀ ਜੋ ਬਾਈਡਨ ਨੇ ਨਵਾਂ ਬਿਆਨ ਜਾਰੀ ਕੀਤਾ। ਬਾਈਡਨ ਨੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਲਈ ਕਿਹਾ। ਨਿਊਜ਼ ਏਜੰਸੀ AFP ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਹਵਾਲੇ ਨਾਲ ਯੂਕਰੇਨ ਸੰਕਟ ਦੇ ਮੱਦੇਨਜ਼ਰ ਇਹ ਗੱਲ ਕਹੀ ਹੈ। ਇਸ ਤੋਂ ਪਹਿਲਾਂ ਯੂਕਰੇਨ ਸੰਕਟ ਤੇ ਬੈਠਕ ਬੁਲਾਉਣ ਦਾ ਅਮਰੀਕੀ ਪ੍ਰਸਤਾਵ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਪਾਸ ਕੀਤਾ ਗਿਆ ਸੀ। ਇਸ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ 'ਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਬਹਿਸ ਵਿੱਚ ਅਮਰੀਕਾ ਅਤੇ ਰੂਸੀ ਡਿਪਲੋਮੈਟ ਸਿੱਧੇ ਤੌਰ ਤੇ ਆਮੋ ਸਾਹਮਣੇ ਹੋ ਗਏ। ਰੂਸ ਨੇ ਪੱਛਮੀ ਦੇਸ਼ਾਂ ਤੇ ਯੂਕਰੇਨ ਨੂੰ ਲੈ ਕੇ ਤਣਾਅ ਵਧਾਉਣ ਦਾ ਦੋਸ਼ ਲਗਾਇਆ, ਜਦੋਂ ਕਿ ਅਮਰੀਕਾ ਨੇ ਯੂਕਰੇਨ ਦੀ ਸਰਹੱਦ ਤੇ 1 ਲੱਖ ਰੂਸੀ ਸੈਨਿਕਾਂ ਦੇ ਇਕੱਠੇ ਹੋਣ ਤੇ ਇਤਰਾਜ਼ ਜਤਾਇਆ। ਰੂਸੀ ਰਾਜਦੂਤ ਬੈਸਿਲੀ ਨੇ ਪੱਛਮੀ ਦੇਸ਼ਾਂ ਤੇ ਯੂਕਰੇਨ ਮੁੱਦੇ ਤੇ ਤਣਾਅ ਵਧਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਮਰੀਕਾ ਨੇ ਵਿਵਾਦਿਤ ਖੇਤਰ ਵਿੱਚ ਨਾਜ਼ੀਆਂ ਨੂੰ ਸੱਤਾ ਵਿੱਚ ਰੱਖਿਆ ਹੈ। ਇਸ ਦੇ ਜਵਾਬ ਵਿੱਚ US ਰਾਜਦੂਤ ਲੀਂਡਾ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਯੂਕਰੇਨ ਦੀ ਸਰਹੱਦ ਤੇ 1 ਲੱਖ ਤੋਂ ਵੱਧ ਰੂਸੀ ਸੈਨਿਕਾਂ ਦਾ ਇਕੱਠ ਦਹਾਕਿਆਂ ਵਿੱਚ ਯੂਰਪ ਵਿੱਚ ਸਭ ਤੋਂ ਵੱਡੀ ਘਟਨਾ ਹੈ। ਇੱਥੇ ਦੱਸ ਦਈਏ ਕਿ ਦਸੰਬਰ 2021 ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਖੇਤਰ ਦੇ ਨੇੜੇ ਵੱਧਦੀ ਦਖਲਅੰਦਾਜ਼ੀ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ਤੇ ਗੱਲ ਕੀਤੀ ਸੀ। ਇਸ ਮੁੱਦੇ ਨੂੰ ਲੈ ਕੇ ਦੋਵਾਂ ਨੇਤਾਵਾਂ ਵਿਚਾਲੇ ਕਰੀਬ 50 ਮਿੰਟ ਫੋਨ ਤੇ ਗੱਲਬਾਤ ਹੋਈ ਹੈ। ਇਸ ਦੌਰਾਨ ਜੋ ਬਾਈਡਨ ਨੇ ਕਿਹਾ ਕਿ ਜੇਕਰ ਰੂਸ ਨੇ ਯੂਕਰੇਨ ਤੇ ਹੋਰ ਹਮਲਾ ਕਰਦਾ ਹੈ ਤਾਂ ਅਮਰੀਕਾ ਤੇ ਉਸਦੇ ਸਹਿਯੋਗੀ ਜਵਾਬ ਦੇਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਰੋਨਾ ਵਾਇਰਸ ਪਾਬੰਦੀਆਂ ਦਾ ਵਿਰੋਧ ਕਰਨ ਅਤੇ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਟਰੱਕ ਡਰਾਈਵਰਾਂ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਸੰਸਦ ਵਿੱਚ ਕਿਹਾ, ਗੈਰ ਕਾਨੂੰਨੀ ਪ੍ਰਦਰਸ਼ਨ ਕਰਨਾ, ਚੱਕਾ ਜਾਮ ਕਰਨਾ ਬਰਦਾਸ਼ਤ ਕਰਨ ਯੋਗ ਨਹੀਂ ਹਨ, ਜਿਸ ਦਾ ਕਾਰੋਬਾਰੀਆਂ, ਨਿਰਮਾਤਾਵਾਂ ਅਤੇ ਕਾਰੋਬਾਰਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਸਾਨੂੰ ਇਸ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਅਰਥ ਵਿਵਸਥਾ ਨੂੰ ਰੋਕਣ ਅਤੇ ਲੋਕਤੰਤਰ ਅਤੇ ਇਸ ਦੇ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਲਈ ਪ੍ਰਦਰਸ਼ਨਕਾਰੀਆਂ ਦੀ ਨਿੰਦਾ ਕੀਤੀ ਹੈ। ਧਿਆਨ ਦੇਣ ਯੋਗ ਹੈ ਕਿ ਵੱਡੀ ਗਿਣਤੀ ਵਿੱਚ ਟਰੱਕ ਡਰਾਈਵਰਾਂ ਨੇ ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੀ ਮੁੱਖ ਸੜਕ ਦਾ ਘਿਰਾਓ ਕੀਤਾ ਹੋਇਆ ਹੈ, ਜਿਸ ਕਾਰਨ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਦਾ ਡਰ ਪੈਦਾ ਹੋ ਗਿਆ।
BBC ਮੁਤਾਬਕ ਡਾਟਾ ਰਾਈਟ ਤੋਂ ਕੈਨੇਡਾ ਜਾਣ ਵਾਲੀ ਸੜਕ ਫਿਲਹਾਲ ਬੰਦ ਹੈ। ਹਾਲਾਂਕਿ ਅਮਰੀਕਾ ਜਾਣ ਲਈ ਸੀਮਤ ਗਿਣਤੀ ਵਿੱਚ ਲੋਕਾਂ ਨੂੰ ਐਂਬੈਸਡਰ ਬ੍ਰਿਜ ਪਾਰ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਟਰੱਕ ਡਰਾਈਵਰ ਟੀਕਾਕਰਨ ਲਈ ਬਣਾਏ ਨਿਯਮਾਂ ਦਾ ਵਿਰੋਧ ਕਰ ਰਹੇ ਨੇ। ਚੰਗੇ ਰੋਜ਼ਗਾਰ ਅਤੇ ਭਵਿੱਖ ਦੀ ਖਾਤਰ ਕੈਨੇਡਾ ਦੇ 3 ਕਾਲਜਾਂ ਨੂੰ ਫੀਸ ਭਰ ਕੇ ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਦੀ ਲੱਖਾਂ ਡਾਲਰ ਫੀਸ ਹੜਪ ਕੇ ਧੋਖਾਧੜੀ ਕਰਨ ਵਾਲੇ ਕਾਲਜਾਂ ਦੇ ਖਿਲਾਫ ਕੈਨੇਡੀਅਨ ਕੰਸਲਟ ਚੰਡੀਗੜ੍ਹ ਦੇ ਸਾਹਮਣੇ ਇੰਡੀਅਨ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਅਤੇ ਭਾਰਤਰੀ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ਵਿਦਿਆਰਥੀਆਂ ਦੀ ਮੰਗ ਹੈ ਕਿ ਭਰਾਈਆਂ ਹੋਈਆਂ ਫੀਸਾਂ ਵਾਪਸ ਕੀਤੀਆਂ ਜਾਣ। ਕੈਨੇਡੀਅਨ ਐਮਬੈਸੀ ਦੇ ਅਧਿਕਾਰੀਆਂ ਨੇ ਹਫ਼ਤੇ ਵਿੱਚ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਇੰਡੀਅਨ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਧਰਨੇ ਵਿੱਚ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ, पंजाब रैडिकल स्टूडेंट्स यूनियन, अंबेडकर स्टूडेंट्स एसोसिएशन, भारतीय किसान यूनियन डगौता, भारतीय किसान यूनियन उगराहां, शहीद भगत सिंह नौजवान सभा, भारतीय किसान यूनियन राज्यवाल आदि शामिल सन। संबोधन करदਿਆਂ ਦੱਸਿਆ ਗਿਆ कि मॉन्ट्रियल ਦੇ 3 ਕਾਲਜ एम ਕਾਲਜ, CDE ਕਾਲਜ, CCSQ ਕਾਲਜਾਂ ਨੇ लगभग 2000 ਦੇ ਕਰੀਬ ਵਿਦਿਆਰਥੀਆਂ ਤੋਂ 1 ਸਾਲ ਦੀ 9 ਲੱਖ ਰੁਪਏ ਫੀਸ ਭਰਾਈ ਸੀ। ਕਈ ਵਿਦਿਆਰਥੀ 2 ਸਾਲਾਂ ਦੀ ਫੀਸ ਭਰ ਚੁੱਕੇ ਨੇ। 1500 ਦੇ ਕਰੀਬ ਵਿਦਿਆਰਥੀ ਮੌਂਟਰੀਅਲ ਬੈਠਾ 70% ਪੜ੍ਹਾਈ ਪੂਰਾ ਕਰ ਚੁੱਕਾ ਹੈ। ਜੇ 100 ਦੇ ਕਰੀਬ ਵਿਦਿਆਰਥੀ ਪੰਜਾਬ ਬੈਠਾ ਹੈ, ਪਰ ਕਾਲਜਾਂ ਦੇ ਮਾਲਕ ਖੁਦ ਨੂੰ ਦਿਵਾਲੀਆ ਘੋਸ਼ਿਤ ਕਰਵਾ ਕੇ ਫਰਾਰ ਹੋ ਚੁੱਕੇ ਨੇ। ਇਹਨਾਂ ਵਿੱਚੋਂ ਬਹੁਤੇ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਹੋ ਚੁੱਕੀਆਂ ਨੇ। ਸਾਲਾਂ ਤੋਂ ਏਜੰਟ ਝੂਠੇ ਲਾਰੇ ਲਗਾ ਰਹੇ ਸਨ ਕਿ ਤੁਹਾਡੀ ਫੀਸ ਵਾਪਸ ਆਏਗੀ, ਪਰ IDP ਕੈਨਮ ਦੇ ਏਜੰਟ ਪੱਲਾ ਝਾੜ ਰਹੇ ਨੇ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਵਿੱਚ ਮਹਿੰਗਾਈ ਦਰ ਬੀਤੇ 40 ਸਾਲਾਂ ਦੇ ਨਵੇਂ ਉੱਚ ਪੱਧਰ ਤੇ ਪਹੁੰਚ ਸਕਦੀ ਹੈ। ਇਸ ਸੰਬੰਧ ਵਿੱਚ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਜਾਰੀ ਕਰਨ ਵਾਲੀ ਮਹਿੰਗਾਈ ਦੇ ਅੰਕੜੇ ਹੈਰਾਨ ਕਰਨ ਵਾਲੇ ਹੋਣਗੇ ਅਤੇ ਪਿਛਲੇ ਸਾਲ ਦੀ ਤੁਲਨਾ ਵਿੱਚ ਮਹਿੰਗਾਈ ਦਰ 7.3% ਤੇ ਪਹੁੰਚ ਸਕਦੀ ਹੈ। ਫੈਕਟਟੈਸਟ ਮੁਤਾਬਕ ਕਿਰਤ ਵਿਭਾਗ ਜਨਵਰੀ ਲਈ ਮਹਿੰਗਾਈ ਦੇ ਅੰਕੜੇ ਜਾਰੀ ਕਰੇਗਾ ਤੇ ਅੰਕੜੇ ਦਸੰਬਰ ਦੇ 7.1 ਦੀ ਤੁਲਨਾ ਵਿੱਚ ਵਧਾ ਕੇ 7.3% ਰਹਿ ਸਕਦੇ ਨੇ। ਮਹਿੰਗਾਈ ਦੀ ਮਾਰ ਸਿਰਫ ਭਾਰਤ ਹੀ ਨਹੀਂ, ਅਮਰੀਕਾ ਲਈ ਵੀ ਦੁਖਦਾਈ ਬਣੀ ਹੋਈ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਾਲ ਦਰ ਸਾਲ ਜਨਵਰੀ ਲਈ ਮਹਿੰਗਾਈ ਦਰ 4 ਦਹਾਕਿਆਂ ਦੇ ਉੱਚ ਪੱਧਰ ਤੇ ਪਹੁੰਚ ਸਕਦੀ ਹੈ। ਸੰਯੁਕਤ ਰਾਜ ਵਿੱਚ ਜੈਨੇਟਿਕਸ ਸੁਸਾਇਟੀ ਆਫ ਅਮਰੀਕਾ ਨੇ ਵਿਕਾਸਵਾਦੀ ਜੀਵ ਵਿਗਿਆਨੀ ਡਾਕਟਰ ਹਰਮੀਤ ਸਿੰਘ ਮਲਿਕ ਨੂੰ ਚੋਟੀ ਦੇ ਇਨਾਮ ਜੇਤੂਆਂ ਵਿੱਚੋਂ ਇੱਕ ਭਾਰਤੀ ਵਜੋਂ ਨਾਮਜ਼ਦ ਕੀਤਾ। ਇੱਥੇ ਦੱਸ ਦਈਏ ਕਿ ਭਾਰਤੀ ਮੂਲ ਦੇ ਸਿੱਖ ਡਾਕਟਰ ਹਰਮੀਤ ਸਿੰਘ ਮਲਿਕ ਅਮਰੀਕਾ ਸਥਿਤ ਫਰੈਡ ਹਚਿਨਸਨ ਕੈਂਸਰ ਰਿਸਰਚ ਸੈਂਟਰ ਵਿੱਚ ਬੇਸਿਕ ਸਾਇੰਸ ਡਿਵੀਜ਼ਨ ਦੇ ਪ੍ਰੋਫੈਸਰ ਅਤੇ ਐਸੋਸੀਏਟ ਡਾਇਰੈਕਟਰ ਵੀ ਹਨ। ਡਾਕਟਰ ਹਰਮੀਤ ਨੇ ਜੈਨੇਟਿਕਸ ਖੋਜ ਵਿੱਚ ਅਸਾਧਾਰਨ ਰਚਨਾਤਮਕਤਾ ਅਤੇ ਬੌਧਿਕ ਚਤੁਰਾਈ ਲਈ ਐਵਾਰਡ ਨੋਵੇਟਿਸਕੀ ਪੁਰਸਕਾਰ ਜਿੱਤਿਆ। ਭਾਰਤੀ ਮੂਲ ਦੇ ਸਿੱਖ ਡਾਕਟਰ ਹਰਮੀਤ ਸਿੰਘ ਮਲਿਕ ਇੱਥੇ ਜੈਨੇਟਿਕ ਟਕਰਾਅ ਦਾ ਅਧਿਐਨ ਕਰਦੇ ਨੇ। ਉਹਨਾਂ ਦੀ ਖੋਜ ਦਾ HIV ਤੋਂ ਲੈ ਕੇ ਕੈਂਸਰ ਤੱਕ ਲਈ ਕਈ ਬਿਮਾਰੀਆਂ ਲਈ ਪ੍ਰਭਾਵ ਹੋ ਸਕਦਾ ਹੈ। ਇਸ ਕੰਮ ਦੇ ਹਿੱਸੇ ਵਜੋਂ ਉਹਨਾਂ ਦੀ ਟੀਮ ਨੇ ਉਹਨਾਂ ਜੀਨਾਂ ਦੀ ਪਛਾਣ ਕਰਨ ਲਈ ਇੱਕ ਪਹੁੰਚ ਵਿਕਸਿਤ ਕੀਤੀ ਜੋ ਇੱਕ ਪ੍ਰਜਾਤੀ ਨੂੰ ਦੂਜੀ ਤੋਂ ਵੰਡਦੀਆਂ ਹਨ, ਜੋ ਕਿ ਕੇਂਦਰ ਦੀ ਵੈਬਸਾਈਟ ਤੇ ਉਹਨਾਂ ਦੀ ਪ੍ਰੋਫਾਈਲ ਦੇ ਅਨੁਸਾਰ ਨਵੀਂ ਪ੍ਰਜਾਤੀਆਂ ਦੇ ਵਿਕਾਸ ਦੀ ਬੁਝਾਰਤ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦੀ ਹੈ। ਉਹ ਵਿਕਾਸਵਾਦੀ ਪ੍ਰਕਿਰਿਆਵਾਂ ਦਾ ਵੀ ਅਧਿਐਨ ਕਰਦੇ ਨੇ ਜੋ ਵਾਇਰਸਾਂ ਨਾਲ ਸਾਡੇ ਸਰੀਰ ਦੇ ਪਰਸਪਰ ਪ੍ਰਭਾਵ ਨੂੰ ਚਲਾਉਂਦੀਆਂ ਨੇ, ਜਿਸ ਵਿੱਚ ਸਮਕਾਲੀ ਸੰਕਟ ਜਿਵੇਂ ਕਿ HIV ਦੇ ਨਾਲ-ਨਾਲ ਪ੍ਰਾਚੀਨ ਵਾਇਰਸ ਵੀ ਸ਼ਾਮਲ ਨੇ, ਜਿਨ੍ਹਾਂ ਦੇ ਜੀਵਾਸ਼ਮ ਸਾਡੇ ਜੀਨੋਮ ਨੂੰ ਪ੍ਰਭਾਵਿਤ ਕਰਦੇ ਨੇ। ਡਾਕਟਰ ਹਰਮੀਤ ਨੇ ਕਿਹਾ ਕਿ ਮੈਂ ਇਸ ਅਵਾਰਡ ਨੂੰ ਹਾਸਲ ਕਰਕੇ ਬਹੁਤ ਖੁਸ਼ ਹਾਂ। ਅਮਰੀਕੀ ਜਲ ਸੈਨਾ ਨੇ ਪੈਂਟਾਗਨ ਦੇ ਵੈਕਸੀਨ ਜਨਾਦੇਸ਼ ਮੁਤਾਬਕ ਕੋਰੋਨਾ ਵਾਇਰਸ ਰੋਧੀ ਵੈਕਸੀਨ ਲਗਵਾਉਣ ਤੋਂ ਇਨਕਾਰ ਕਰਨ ਤੇ 200 ਕਰਮੀਆਂ ਨੂੰ ਡਿਊਟੀ ਤੋਂ ਬਰਖਾਸਤ ਕਰ ਦਿੱਤਾ। ਜਲ ਸੈਨਾ ਨੇ ਬੁੱਧਵਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹਨਾਂ ਵਿੱਚੋਂ ਜ਼ਿਆਦਾਤਰ 217 ਕਰਮੀ ਸਰਗਰਮ ਰੂਪ ਵਿੱਚ ਕੰਮ ਕਰ ਰਹੇ ਸਨ ਅਤੇ ਇੱਕ ਅਮਰੀਕੀ ਨੇਵੀ ਦਾ ਰਿਜ਼ਰਵ ਮੈਂਬਰ ਸੀ। CNN ਮੁਤਾਬਕ 240 ਵਿੱਚੋਂ 22 ਕਰਮੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ, ਪਰ ਇਹ ਹਾਲੇ ਵੀ ਆਪਣੀ ਸਰਗਰਮ ਸੇਵਾ ਦੇ ਪਹਿਲੇ 180 ਦਿਨ ਦੀ ਸਿਖਲਾਈ ਜਾਰੀ ਕਰ ਰਹੇ ਨੇ। ਨੇਵੀ ਨੇ ਕਿਹਾ ਕਿ ਉਹਨਾਂ ਨੇ ਇੱਥੇ 8000 ਤੋਂ ਵੱਧ ਕਰਮੀਆਂ ਨੇ ਹਾਲੇ ਤੱਕ ਟੀਕਾ ਨਹੀਂ ਲਗਵਾਇਆ। ਨੇਵੀ ਵੱਲੋਂ ਪਹਿਲਾਂ ਹੀ ਨਵੰਬਰ 2021 ਤੱਕ ਪੂਰੀ ਟੀਕਾਕਰਨ ਕਰਵਾਉਣ ਦੀ ਸਮੇਂ ਸੀਮਾ ਦਿੱਤੀ ਜਾ ਚੁੱਕੀ ਸੀ।
ਕੋਵਿਡ ਵੈਕਸੀਨ ਅਤੇ ਕਰੋਨਾ ਕਾਰਨ ਲੱਗੀਆਂ ਸੁਰੱਖਿਆ ਪਾਬੰਦੀਆਂ ਖਿਲਾਫ ਟਰੱਕਾਂ ਵਾਲਿਆਂ ਦੇ ਰੋਸ ਮੁਜ਼ਾਹਰੇ ਦਾ ਘੇਰਾ ਮਜ਼ਬੂਤ ਹੁੰਦਾ ਜਾ ਰਿਹਾ। ਇਸ ਵਕਤ ਸਥਿਤੀ ਕਾਫੀ ਪੇਚੀਦਾ ਬਣੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਰੋਸ ਮੁਜ਼ਾਹਰੇ ਕਾਰਨ ਜਿੱਥੇ ਓਨਟਾਰੀਓ ਸੂਬੇ ਵਿੱਚ ਕੈਨੇਡਾ ਵਾਲੇ ਪਾਸੇ ਹਾਈਵੇ 401 ਅਤੇ 402 ਤੇ ਟਰੱਕਾਂ ਦੇ ਵੱਡੇ ਜਾਮ ਲੱਗੇ ਹੋਏ ਨੇ, ਉੱਥੇ ਹੀ ਅਮਰੀਕਾ ਵਾਲੇ ਪਾਸਿਓਂ ਅਮਰੀਕਾ ਦੇ ਸੂਬੇ ਮਿਸ਼ੀਗਨ ਵਿੱਚੋਂ ਕੈਨੇਡਾ ਵਾਲੇ ਪਾਸੇ ਆਉਣ ਲਈ ਅਮਰੀਕਾ ਦੇ ਹਾਈਵੇ ਅਤੇ I-94 ਅਤੇ I-75 ਤੇ 10-12 ਮੀਲ ਤੋਂ ਵੀ ਜ਼ਿਆਦਾ ਲੰਬੀਆਂ ਕਤਾਰਾਂ ਲੱਗੀਆਂ ਨੇ ਅਤੇ ਇਸੇ ਤਰ੍ਹਾਂ ਅਮਰੀਕਾ ਕੈਨੇਡਾ ਨੂੰ ਮਿਸ਼ੀਗਨ ਸੂਬੇ ਦੇ ਸ਼ਹਿਰ ਡਿਟਰੋਇਟ ਅਤੇ ਕੈਨੇਡਾ ਦੇ ਸੂਬੇ ontario ਦੇ ਸ਼ਹਿਰ ਵਿੰਡਸਰ ਨੂੰ ਆਪਸ ਵਿੱਚ ਜੋੜਨ ਵਾਲੇ ਅੰਤਰਰਾਸ਼ਟਰੀ ਅੰਬੈਸਡਰ ਬ੍ਰਿਜ ਅਤੇ ਕੈਨੇਡਾ ਦੇ ਸ਼ਹਿਰ ਸਰਨੀਆ ਨੂੰ ਅਮਰੀਕਾ ਦੇ ਸ਼ਹਿਰ ਹੁਰੌਨ ਨਾਲ ਜੋੜਨ ਵਾਲੇ ਅੰਤਰਰਾਸ਼ਟਰੀ ਪੁਲ ਬਲੂ ਵਾਟਰ ਬ੍ਰਿਜ ਉੱਤੇ ਆਵਾਜਾਈ ਦਾ ਬੁਰਾ ਹਾਲ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਜਾਮ ਵਿੱਚ ਫਸੇ ਟਰੱਕ ਡਰਾਈਵਰਾਂ ਨੂੰ ਜਿੱਥੇ ਖਾਣ ਪੀਣ ਦੀ ਮੁਸ਼ਕਲ ਆ ਰਹੀ ਹੈ, ਉੱਥੇ ਪਖਾਨਿਆਂ ਦੀ ਵੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਅਤੇ ਬਹੁਤੇ ਟਰੱਕ ਡਰਾਈਵਰ ਡਰਾਈਵਿੰਗ ਕਰਨ ਦੀ ਨਿਰਧਾਰਤ ਸਮਾਂ ਸੂਚੀ ਤੈਅ ਕਰਨ ਵਾਲੀ ਇਲੈਕਟ੍ਰੋਨਿਕਸ ਲੌਗ ਬੁੱਕ ਓਵਰ ਹੋਣ ਕਾਰਨ ਵੀ ਪਰੇਸ਼ਾਨੀ ਵਿੱਚ ਫਸੇ ਹੋਏ ਨੇ। ਇਸ ਤੋਂ ਇਲਾਵਾ ਟਰੱਕਾਂ ਵਿੱਚ ਤੇਲ ਮੁੱਕਣਾ, ਢੋਆ-ਢੁਆਈ ਵਾਲੀਆਂ ਬੱਸਾਂ ਵਿੱਚ ਬੇਮਤਲਬ ਦੀ ਦੇਰੀ ਅਤੇ ਹੋਰ ਕਈ ਮੁਸ਼ਕਲਾਂ ਅਤੇ ਬੇਆਰਾਮੀ ਨਾਲ ਵੀ ਟਰੱਕ ਡਰਾਈਵਰਾਂ ਨੂੰ ਜਿੱਥੇ ਦੋ ਹੱਥ ਕਰਨੇ ਪੈ ਰਹੇ ਨੇ, ਉੱਥੇ ਹੀ ਦੋਵਾਂ ਦੇਸ਼ਾਂ ਦੇ ਬਾਰਡਰ ਲਾਗਲੇ ਸ਼ਹਿਰਾਂ ਦੇ ਵਸਨੀਕਾਂ ਨੂੰ ਆਵਾਜਾਈ ਦੀ ਵੱਡੀ ਮੁਸ਼ਕਿਲ ਪੇਸ਼ ਆ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁਜ਼ਾਹਰੇ ਦੇ ਆਗੂਆਂ ਅਤੇ ਸਰਕਾਰਾਂ ਵਿੱਚ ਤਾਲਮੇਲ ਵਧਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਤਾਂ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੱਢਿਆ ਜਾ ਸਕੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਵੀਰਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿੱਚ ਕੋਵਿਡ-19 ਪਾਬੰਦੀਆਂ ਵਿਰੁੱਧ ਕੈਨੇਡੀਅਨ ਨਾਗਰਿਕਾਂ ਵੱਲੋਂ ਟਰੱਕਾਂ ਨੂੰ ਰੋਕ ਕੇ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਆਪਣੇ ਸੰਘੀ ਅਧਿਕਾਰਾਂ ਦੀ ਵਰਤੋਂ ਕਰੇ। ਇਸ ਪ੍ਰਦਰਸ਼ਨ ਨੇ ਸਰਹੱਦ ਦੇ ਦੋਵੇਂ ਪਾਸੇ ਆਟੋ ਪਲਾਂਟਾਂ ਨੂੰ ਆਪਣੇ ਉਤਪਾਦਨ ਨੂੰ ਬੰਦ ਕਰਨ ਜਾਂ ਘਟਾਉਣ ਲਈ ਮਜਬੂਰ ਕਰ ਦਿੱਤਾ ਹੈ। ਕੈਨੇਡਾ ਵਿੱਚ ਲਗਾਤਾਰ ਚੌਥੇ ਦਿਨ ਸੈਂਕੜੇ ਟਰੱਕ ਡਰਾਈਵਰ ਆਪਣੇ ਵਾਹਨਾਂ ਨਾਲ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਨੇ। ਉਹਨਾਂ ਨੇ ontario ਵਿੱਚ ਵਿੰਟਰ ਨੂੰ ਅਮਰੀਕੀ ਸ਼ਹਿਰ ਡੇਟਾ ਰਾਈਟ ਨਾਲ ਜੋੜਨ ਵਾਲੇ ਅੰਬੈਸਡਰ ਬ੍ਰਿਜ ਨੂੰ ਬੰਦ ਕਰ ਦਿੱਤਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਆਟੋ ਪਾਰਟਸ ਅਤੇ ਹੋਰ ਉਤਪਾਦਾਂ ਦੇ ਆਯਾਤ ਨਿਰਯਾਤ ਵਿੱਚ ਵਿਘਨ ਪੈ ਗਿਆ। ਵਾਈਟ ਹਾਊਸ ਨੇ ਕਿਹਾ ਕਿ ਹੋਮਲੈਂਡ ਸੁਰੱਖਿਆ ਮੰਤਰੀ ਅਲੈਜੈਂਡਰੋ ਮੇਅਰਕਸ ਅਤੇ ਟਰਾਂਸਪੋਰਟੇਸ਼ਨ ਮੰਤਰੀ ਪੀਟੇ ਬੂਟੀਗੀਗ ਨੇ ਆਪਣੇ ਕੈਨੇਡੀਅਨ ਹਮਰੁਤਬਾ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਰੁਕਾਵਟ ਨੂੰ ਸਮਝਾਉਣ ਵਿੱਚ ਮਦਦ ਲਈ ਬੇਨਤੀ ਕੀਤੀ ਹੈ। ਕੈਨੇਡਾ ਦੇ ਫੈਡਰਲ ਪਬਲਿਕ ਸੇਫਟੀ ਮੰਤਰੀ ਮਾਰੋਕੋ ਮੈਡੀਸਿਨੋ ਨੇ ਕਿਹਾ ਕਿ ਰਾਇਲ ਕੈਨੇਡੀਅਨ ਪੁਲਿਸ ਨੂੰ ਵਿੰਸਟਰ, ਓਟਾਵਾ ਅਤੇ ਕਾਊਟਸ ਭੇਜਿਆ ਜਾ ਰਿਹਾ ਜਿੱਥੇ ਵੀ ਸਰਹੱਦੀ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਟਰੂਡੋ ਨੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਆਨਲਾਈਨ ਮੀਟਿੰਗ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਵਿੰਸਟਰ ਦੇ ਮੇਅਰ ਨਾਲ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੋਵਾਂ ਪਾਸਿਆਂ ਦੇ ਮਜ਼ਦੂਰਾਂ ਅਤੇ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਟਰੱਕ ਡਰਾਈਵਰਾਂ ਦੀ ਜ਼ਬਰਦਸਤੀ ਵੈਕਸੀਨੇਸ਼ਨ ਦੇ ਵਿਰੋਧ ਵਿੱਚ ਕੈਨੇਡਾ 'ਚ ਖੂਬ ਹੱਲਾ ਮਚਿਆ ਹੋਇਆ ਹੈ। ਕੈਨੇਡੀਅਨ ਸਰਕਾਰ ਕੋਵਿਡ ਤੋਂ ਬਚਾਅ ਲਈ ਟਰੱਕ ਡਰਾਈਵਰਾਂ ਦੀ ਪੂਰੀ ਵੈਕਸੀਨੇਸ਼ਨ ਮੁਹਿੰਮ ਅੱਗੇ ਵਧਾ ਰਹੀ ਹੈ, ਪਰ ਟਰੱਕ ਡਰਾਈਵਰ ਸਰਕਾਰ ਦੇ ਖਿਲਾਫ ਖੜੇ ਹੋਏ ਹਨ। ਇਸ ਮਾਮਲੇ ਵਿੱਚ ਡਰਾਈਵਰਾਂ ਦੇ ਸਮਰਥਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਾਡੀਗਾਰਡ ਵੀ ਆ ਗਏ। ਟਰੂਡੋ ਦੇ ਤਕਰੀਬਨ 6 ਸਾਲ ਤੋਂ ਨਿੱਜੀ ਸੁਰੱਖਿਆ ਵਿੱਚ ਤਾਇਨਾਤ ਬਾਡੀਗਾਰਡ ਡੈਨੀਅਲ ਬੁਲਫੋਰਡ ਨੇ ਹਿੰਸਕ ਪ੍ਰਦਰਸ਼ਨ ਦੇ ਹੱਕ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੇ ਬਿਆਨ ਦੇ ਵਿੱਚ ਬੁਲਫੋਰਡ ਨੇ ਕਿਹਾ ਕਿ ਇਹ ਧੱਕੇਸ਼ਾਹੀ ਨਹੀਂ ਦੇਖ ਸਕਦੇ, ਜੋ ਵੀ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ, ਇਸ ਮਾਮਲੇ ਨੂੰ ਪੂਰੀ ਸਾਵਧਾਨੀ ਨਾਲ ਲੈਣਾ ਚਾਹੀਦਾ ਹੈ। ਬੁਲਫੋਰਡ ਨੇ ਕਿਹਾ ਕਿ ਮੈਨੂੰ ਹਮੇਸ਼ਾ ਮਹਿਸੂਸ ਹੁੰਦਾ ਰਿਹਾ ਕਿ ਮੇਰੇ ਮੌਲਿਕ ਅਧਿਕਾਰ ਕੀ ਨੇ ਤੇ ਕੈਨੇਡਾ ਦੀ ਪੁਲਿਸ ਨੂੰ ਆਮ ਲੋਕਾਂ ਦੇ ਮੌਲਿਕ ਅਧਿਕਾਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਉਹਨਾਂ ਕੋਲ ਇਸ ਤਰ੍ਹਾਂ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ। ਮੈਂ ਵੀ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਕਾਨੂੰਨ ਕਿਤੇ ਵੀ ਤੁਹਾਨੂੰ ਆਗਿਆ ਨਹੀਂ ਦਿੰਦਾ ਕਿ ਤੁਸੀਂ ਕਿਸੇ ਨਾਲ ਇਸ ਤਰ੍ਹਾਂ ਜ਼ਬਰਦਸਤੀ ਕਰੋ। ਮੈਂ ਪਿੱਛੇ ਜਿਹੇ ਪ੍ਰਧਾਨ ਮੰਤਰੀ ਟਰੂਡੋ ਦਾ ਵਿਰੋਧ ਖਤਮ ਕਰਨ ਨੂੰ ਦਿੱਤਾ ਗਿਆ ਬਿਆਨ ਸੁਣਿਆ ਸੀ। ਮੈਨੂੰ ਲੱਗਦਾ ਹੈ ਕਿ ਟਰੂਡੋ ਗਲਤ ਰਸਤੇ ਜਾ ਰਹੇ ਨੇ। ਉਹਨਾਂ ਨੂੰ ਆਮ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਕਿਹਾ ਕਿ ਯੂਕਰੇਨ ਤੇ ਰੂਸ ਦੇ ਹਮਲੇ ਦੀ ਚਿੰਤਾ ਦੇ ਬਾਵਜੂਦ ਅਮਰੀਕਾ ਦਾ ਧਿਆਨ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਆਪਣੇ ਲੰਬੇ ਮਿਆਦ ਵਾਲੇ ਹਿੱਤਾਂ ਤੇ ਕੇਂਦਰਿਤ ਹੈ। ਬਲਿੰਕਨ ਇਸ ਸਮੇਂ ਆਸਟ੍ਰੇਲੀਆ ਦੇ ਮੈਲਬੌਰਨ 'ਚ ਨੇ, ਜਿੱਥੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਆਸਟ੍ਰੇਲੀਆਈ, ਭਾਰਤੀ ਅਤੇ ਜਾਪਾਨੀ ਹਮਰੁਤਬਿਆਂ ਨਾਲ ਇੱਕ ਬੈਠਕ ਹੋਣੀ ਹੈ। ਇਹ 4 ਦੇਸ਼ ਹਿੰਦ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਦੇ ਗੱਠਜੋੜ ਕਵਾੜ ਦਾ ਹਿੱਸਾ ਨੇ, ਜਿਸ ਨੂੰ ਚੀਨ ਦੇ ਵੱਧਦੇ ਖੇਤਰੀ ਪ੍ਰਭਾਵ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ। ਬਲਿੰਕਨ ਨੇ ਬੁੱਧਵਾਰ ਨੂੰ ਆਸਟ੍ਰੇਲੀਆ ਪਹੁੰਚਣ ਦੇ ਬਾਅਦ ਆਪਣੇ ਪਹਿਲੇ ਜਨਤਕ ਸੰਬੋਧਨ ਵਿੱਚ ਕਿਹਾ ਕਿ ਦੁਨੀਆ ਵਿੱਚ ਅਜੇ ਕੁਝ ਹੋਰ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਨੇ। ਰੂਸ ਦੁਆਰਾ ਯੂਕਰੇਨ ਤੇ ਸੰਭਾਵਿਤ ਹਮਲਾ ਸਾਡੇ ਲਈ ਇੱਕ ਚੁਣੌਤੀ ਹੈ। ਅਸੀਂ ਉਸ ਤੇ 24 ਘੰਟੇ 7 ਦਿਨ ਕੰਮ ਕਰ ਰਹੇ ਹਾਂ। ਉਹਨਾਂ ਨੇ ਅੱਗੇ ਕਿਹਾ
ਕਿ ਸਾਨੂੰ ਪਤਾ ਹੈ ਕਿ ਰਾਸ਼ਟਰਪਤੀ ਕਿਸੇ ਹੋਰ ਨਾਲੋਂ ਇਸ ਗੱਲ ਨੂੰ ਜ਼ਿਆਦਾ ਸਮਝਦੇ ਨੇ ਕਿ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਜੋ ਕੁਝ ਵੀ ਵਾਪਰੇਗਾ ਉਸ ਨਾਲ ਇਸ ਸ਼ਤਾਬਦੀ ਦਾ ਰੁਖ ਤੈਅ ਹੋਏਗਾ। ਬਲਿੰਕਨ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ 'ਚ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਖੇਤਰ ਹੈ, ਜਿੱਥੇ ਪਿਛਲੇ 5 ਸਾਲਾਂ ਵਿੱਚ ਗਲੋਬਲ ਆਰਥਿਕਤਾ ਵਿੱਚ ਹੋਏ ਵਾਧੇ 2/3 ਹਿੱਸਾ ਆਇਆ। ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਸਿੱਖਾਂ ਨੂੰ ਲੈ ਕੇ ਟਿੱਪਣੀ ਦਾ ਮਾਮਲਾ ਕਾਫੀ ਭਖ ਰਿਹਾ, ਜਿਸ ਪਿੱਛੋਂ ਹੁਣ ਉਸ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਉੱਠਣ ਲੱਗੀ ਹੈ। ਯੂਕੇ ਦੇ 150 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ ਇੱਕ ਚਿੱਠੀ ਤੇ ਦਸਤਖਤ ਕਰਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਭੇਜਿਆ ਹੋਇਆ ਹੈ, ਜਿਸ ਵਿੱਚ ਭਾਰਤੀ ਮੂਲ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਉਸ ਦੀ ਸਿੱਖ ਕੱਟੜਪੰਥੀ ਟਿੱਪਣੀ ਅਤੇ ਬਰਖਾਸਤ ਕਰਨ ਅਤੇ ਮੁਆਫੀ ਮੰਗਣ ਦੀ ਮੰਗ ਕੀਤੀ ਗਈ। ਸਿੱਖ ਫੈਡਰੇਸ਼ਨ ਵੱਲੋਂ ਲਿਖੀ ਗਈ ਇਸ ਚਿੱਠੀ ਵਿੱਚ ਪਿਛਲੇ ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਬ੍ਰਿਟਿਸ਼ ਸਿੱਖਾਂ ਨੂੰ ਕੋਈ ਸੰਦੇਸ਼ ਜਾਂ ਵੀਡੀਓ ਨਾ ਪਾਉਣ ਲਈ ਵੀ ਜੌਨਸਨ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਗਈ। ਚਿੱਠੀ ਵਿੱਚ ਸਕਾਟਿਸ਼ ਸਿੱਖ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ, ਜੋ ਕਿ ਕਤਲ ਦੇ ਦੋਸ਼ਾਂ ਵਿੱਚ ਨਵੰਬਰ 2017 ਤੋਂ ਭਾਰਤ ਵਿੱਚ ਨਜ਼ਰਬੰਦ ਹੈ, ਅਤੇ ਯੂਕੇ ਪ੍ਰਧਾਨ ਮੰਤਰੀ ਨੂੰ ਇਹ ਪੁਸ਼ਟੀ ਕਰਨ ਲਈ ਕਿਹਾ ਗਿਆ ਕਿ ਜੌਹਲ ਨੂੰ ਮਨਮਾਨੇ ਢੰਗ ਨਾਲ ਹਿਰਾਸਤ ਵਿੱਚ ਲਿਆ ਜਾ ਰਿਹਾ। ਇਹ ਚਿੱਠੀ ਉਸ ਵੇਲੇ ਲਿਖੀ ਗਈ ਹੈ ਜਦੋਂ ਭਾਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਟੇਲ ਤੋਂ ਮਾਫੀ ਮੰਗਣ ਅਤੇ ਉਸਦੇ ਬੇਬੁਨਿਆਦ ਬਿਆਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਇੱਕ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਪ੍ਰੀਤੀ ਪਟੇਲ ਨੇ ਕਿਹਾ ਕਿ ਸਿੱਖ ਵੱਖਵਾਦ ਨਾ ਸਿਰਫ ਯੂਕੇ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਿਹਾ, ਸਗੋਂ ਅਮਰੀਕਾ ਵੀ ਇਸ ਤੋਂ ਅਣਭਿੱਜ ਨਹੀਂ ਹੈ। ਇਮੀਗ੍ਰੇਸ਼ਨ ਦੀ ਬਦੌਲਤ ਕੈਨੇਡਾ ਦੀ ਆਬਾਦੀ ਵਧਣ ਦੀ ਰਫ਼ਤਾਰ ਭਾਰਤ ਦੇ ਬਰਾਬਰ ਪਹੁੰਚ ਗਈ ਹੈ ਅਤੇ ਪਿਛਲੇ 5 ਸਾਲਾਂ ਦੌਰਾਨ ਮੁਲਕ ਵਿੱਚ ਪੱਕੇ ਤੌਰ ਤੇ ਰਹਿ ਰਹੇ ਲੋਕਾਂ ਦੀ ਗਿਣਤੀ 18 ਲੱਖ 'ਚ ਵਾਧਾ ਹੋਇਆ। ਮਰਦਸ਼ੁਮਾਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਬਸੰਤ ਰੁੱਤ ਤੱਕ ਕੈਨੇਡਾ ਦੀ ਆਬਾਦੀ 3 ਕਰੋੜ 70 ਲੱਖ ਦਰਜ ਕੀਤੀ ਗਈ। G7 ਮੁਲਕਾਂ ਵਿੱਚੋਂ ਕੈਨੇਡਾ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵਧੀ ਅਤੇ 2017 ਤੋਂ 2021 ਦਰਮਿਆਨ 5.2% ਵਾਧਾ ਦਰਜ ਕੀਤਾ ਗਿਆ। ਬਰਤਾਨੀਆ ਦੀ ਮਹਾਰਾਣੀ ਬਣਨ ਲਈ ਕੈਮਿਲਾ ਪਾਰਕਰ ਦੇ ਨਾਂ ਦੀ ਚਰਚਾ ਦਾ ਵਿਰੋਧ ਸ਼ਾਹੀ ਮਹੱਲ ਵਿੱਚ ਹੋਣਾ ਸ਼ੁਰੂ ਹੋ ਗਿਆ। ਮਹਾਰਾਣੀ ਐਲਿਜ਼ਾਬੈਥ ਦੀ ਬੇਟੀ ਅਤੇ ਪ੍ਰਿੰਸ ਚਾਰਲਸ ਦੀ ਭੈਣ ਪ੍ਰਿੰਸੈਸ ਐਨੀ ਨੇ ਵਿਰੋਧ ਕੀਤਾ। ਸ਼ਾਹੀ ਸਰੋਤਾਂ ਅਨੁਸਾਰ ਐਨੀ ਨੇ ਕਿਹਾ ਕਿ ਬਰਤਾਨਵੀ ਲੋਕਾਂ ਦੀਆਂ ਨਜ਼ਰਾਂ ਵਿੱਚ ਕੈਮਿਲਾ ਕਦੇ ਵੀ ਸੱਚੀ ਮਹਾਰਾਣੀ ਨਹੀਂ ਬਣੇਗੀ। ਸ਼ਾਹੀ ਮਹਿਲ ਦੇ ਅੰਦਰੂਨੀ ਦਾਅਵੇਦਾਰਾਂ ਨੇ ਦਾਅਵਾ ਕੀਤਾ ਹੈ ਕਿ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਐਨੀ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਆਸ ਪ੍ਰਗਟ ਕੀਤੀ ਹੈ ਕਿ ਸ਼ਾਹੀ ਪਰਿਵਾਰ ਦੇ ਹੋਰ ਲੋਕ ਵੀ ਉਸ ਦਾ ਸਮਰਥਨ ਕਰਨਗੇ। ਦੂਜੇ ਪਾਸੇ ਮਰਹੂਮ ਰਾਜਕੁਮਾਰੀ ਡਾਇਨਾ ਦੇ ਪ੍ਰਸ਼ੰਸਕ ਵੀ ਕੈਮਿਲਾ ਦੀ ਮਹਾਰਾਣੀ ਬਣਨ ਦਾ ਵਿਰੋਧ ਕਰ ਰਹੇ ਨੇ। ਪਾਕਿਸਤਾਨ ਦੀ ਚੋਟੀ ਦੀ ਖੂਫੀਆ ਏਜੰਸੀ ਨੇ ਪੰਜਾਬ ਸੂਬੇ ਦੇ ਮਾਲ ਵਿਭਾਗ ਤੋਂ 2008 ਦੇ ਬੰਬਈ ਹਮਲੇ ਦੇ ਭਗੌੜੇ ਦੋਸ਼ੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਨੇ। ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬੰਬਈ ਅੱਤਵਾਦੀ ਹਮਲੇ ਨਾਲ ਸੰਬੰਧਿਤ ਮੁਕੱਦਮੇ ਨੂੰ 14 ਸਾਲ ਪੂਰੇ ਹੋ ਗਏ ਨੇ, ਪਰ ਪਾਕਿਸਤਾਨ ਵਿੱਚ ਇਸ ਦੇ ਕਿਸੇ ਵੀ ਸ਼ੱਕੀ ਨੂੰ ਅਜੇ ਤੱਕ ਸਜ਼ਾ ਨਹੀਂ ਸੁਣਾਈ ਗਈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਨੇ ਇਸ ਮਾਮਲੇ ਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ ਅਤੇ ਅਜਿਹਾ ਲੱਗਦਾ ਹੈ ਕਿ ਇਸ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ਏਜੰਸੀ ਦੇ ਅੱਤਵਾਦ ਵਿਰੋਧੀ ਦਸਤੇ ਨੇ ਪੰਜਾਬ ਸੂਬੇ ਦੇ ਮਾਲੀਆ ਬੋਰਡ ਦੇ ਇੱਕ ਸੀਨੀਅਰ ਮੈਂਬਰ ਨੂੰ ਪੱਤਰ ਲਿਖ ਕੇ ਬੰਬਈ ਅੱਤਵਾਦੀ ਹਮਲੇ ਦੇ ਭਗੌੜੇ ਦੋਸ਼ੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਨੇ। ਇਹਨਾਂ ਦੋਸ਼ੀਆਂ 'ਚ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੌਇਬਾ ਦਾ ਮੈਂਬਰ ਮੁਲਤਾਨ ਵਾਸੀ ਅਮਜਦ ਖਾਨ, ਬੁਰੇਵਾਲਾ ਦਾ ਇਫਤਿਖਾਰ ਅਲੀ, ਬਹਾਵਲਪੁਰ ਦਾ ਸ਼ਾਹਿਦ ਗਫੂਰ, ਸਾਹੀਵਾਲ ਦਾ ਮੁਹੰਮਦ ਉਸਮਾਨ, ਲਾਹੌਰ ਦਾ ਅਤੀਕੁਰ ਰਹਿਮਾਨ, ਹਾਫਿਜ਼ਾਬਾਦ ਦਾ ਰਿਆਜ਼ ਅਹਿਮਦ, ਗੁਜਰਾਂਵਾਲਾ ਦਾ ਮੁਹੰਮਦ ਮੁਸ਼ਤਾਕ ਆਦਿ ਦੇ ਸ਼ਾਮਲ ਨੇ। ਇਸ ਮਾਮਲੇ ਦੀ ਸੁਣਵਾਈ ਕਈ ਸਾਲਾਂ ਤੋਂ ਰੁਕੀ ਹੋਈ ਹੈ। FIA ਦਾ ਕਹਿਣਾ ਹੈ ਕਿ ਕਿਉਂਕਿ ਭਾਰਤ ਨੇ ਗਵਾਹੀ ਦਰਜ ਕਰਵਾਉਣ ਅਤੇ ਹੋਰ ਸਬੂਤ ਪੇਸ਼ ਕਰਨ ਲਈ 24 ਗਵਾਹ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ, ਇਸ ਲਈ ਕੇਸ ਅੱਗੇ ਨਹੀਂ ਵਧ ਸਕਦਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਆਦਮੀ ਪਾਰਟੀ ਤੋਂ ਸੁਚੇਤ ਰਹਿਣ। ਉਹਨਾਂ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਵੱਲੋਂ ਰੱਦ ਕੀਤੇ 50 ਤੋਂ ਵੱਧ ਲੋਕਾਂ ਨੂੰ ਆਪ ਨੇ ਚੋਣ ਮੈਦਾਨ ਉਤਾਰਿਆ ਹੈ ਤੇ ਅਜਿਹੇ ਲੋਕਾਂ ਤੋਂ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ। ਰੈਲੀ ਵਿੱਚ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਚੰਨੀ ਇੱਕ ਮੰਚ ਤੇ ਇਕੱਠੇ ਨਜ਼ਰ ਆਏ। ਚੰਨੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਚੋਣਾਂ ਵਿੱਚ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ, ਪਰ ਸਰਹੱਦ ਉੱਤੇ ਦੁਸ਼ਮਣਾਂ ਦੀਆਂ ਗੋਲੀਆਂ ਖਾਣ ਵਾਲੇ ਪੰਜਾਬੀਆਂ ਨੂੰ ਭਾਜਪਾ ਕਦੇ ਵੀ ਦਬਾ ਨਹੀਂ ਸਕਦੀ। ਚੰਨੀ ਵਿਧਾਨ ਸਭਾ ਹਲਕੇ ਬੱਲੂਆਣਾ, ਸ਼ਾਹਕੋਟ, ਤਲਵਾੜਾ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਕੀਤੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਦੇ 6 ਮਹੀਨਿਆਂ ਅੰਦਰ ਗਰੀਬਾਂ ਦੇ ਕੋਠਿਆਂ ਨੂੰ ਪੱਕਿਆਂ ਕਰਨ, ਸਕੂਲ ਕਾਲਜਾਂ ਦੀ ਸਾਰੀ ਪੜ੍ਹਾਈ ਮੁਫਤ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਗਰੀਬੀ ਮੁਫਤ ਰਾਸ਼ਨ ਵੰਡਣ ਨਾਲ ਬਲਕਿ ਲੋਕਾਂ ਦਾ ਬੌਧਿਕ ਪੱਧਰ ਉੱਚਾ ਚੁੱਕਣ ਨਾਲ ਘਟੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਆ ਗਿਆ। ਹੋਰ ਖਬਰਾਂ ਦੇ ਲਈ ਸਾਡੇ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।